ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾਹੀਰ ਵਾਰਿਸ ਸ਼ਾਹ ਦੀ ਅਗਲੀ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ ਹੈ। ਇਸ ਹਿੱਸੇ ਵਿੱਚ ਵਾਰਿਸ ਸ਼ਾਹ ਹਿੰਦੁਸਤਾਨ ਦੀਆਂ ਸਾਰੀਆਂ ਜ਼ਾਤਾਂ ਦੇ ਕੰਮ ਕਾਜ ਦੇ ਬਾਰੇ ਦੱਸ ਰਹੇ ਨੇ, ਕਿਉਂਕਿ ਜੋ ਕਿਸੇ ਦਾ ਕੰਮ ਹੁੰਦਾ ਹੈ ਉਹੀ ਉਸ ਦਾ ਇਸ਼ਕ ਹੁੰਦਾ ਹੈ, ਅਤੇ ਉਸੇ ਕੰਮ ਦੇ ਮੁਤਲਕ ਉਸੇ ਦੇ ਹਿਸਾਬ ਨਾਲ ਉਸ ਬੰਦੇ ਦਾ ਮਜ਼ਾਜ ਵੀ ਹੁੰਦਾ ਹੈ। ਕੁਝ ਜ਼ਾਤਾਂ ਦਾ ਜ਼ਿਕਰ ਪਿਛਲੇ ਹਿੱਸੇ ਵਿੱਚ ਹੋ ਗਿਆ ਅਤੇ ਜਿਹੜੀਆਂ ਰਹਿ ਗਈਆਂ ਉਹਨਾਂ ਦਾ ਅੱਜ ਜ਼ਿਕਰ ਹੋ ਜਾਵੇਗਾ। ਗੱਲ ਤੁਹਾਨੂੰ ਸਮਝ ਆ ਗਈ ਹੋਣੀ ਹੈ ਕਿ ਵਾਰਿਸ ਸ਼ਾਹ ਨੇ ਜ਼ਾਤਾਂ ਵੀ ਗਿਣਵਾ ਦਿੱਤੀਆਂ ਅਤੇ ਉਹਨਾਂ ਦਾ ਮਜ਼ਾਜ ਵੀ ਦੱਸ ਦਿੱਤਾ, ਕਿਉਂਕਿ ਕਿਸੇ ਵੀ ਜ਼ਾਤ ਦਾ ਜਿਹੜਾ ਕੰਮ ਹੁੰਦਾ ਹੈ ਉਸ ਕੰਮ ਦੇ ਮੁਤਲਕ ਹੀ ਉਹਦਾ ਇਸ਼ਕ ਹੁੰਦਾ ਹੈ ਕਿ ਉਹ ਹਰ ਵੇਲੇ ਜੋ ਬੰਦਾ ਜੋ ਕੰਮ ਕਰਦਾ ਹੈ ਉਹ ਹਰ ਵੇਲੇ ਉਸੇ ਕੰਮ ਦੇ ਬਾਰੇ ਸੋਚਦਾ ਹੈ। ਅਤੇ ਦੂਜਿਆਂ ਲਫ਼ਜ਼ਾਂ ਵਿੱਚ ਇਹ ਹੈ ਕਿ ਲੋਕ ਦੁਨੀਆ 'ਤੇ ਆ ਕੇ ਕੰਮਾਂ ਵਿੱਚ ਵੱਖੋ ਵੱਖ ਕੰਮਾਂ 'ਚ ਰੁੱਝ ਗਏ, ਰੱਬ ਦੀ ਯਾਦ ਤੋਂ ਗਾਫਲ ਹੋ ਗਏ। ਇਸ ਦਾ ਰੂਹਾਨੀ ਮਤਲਬ ਇਹ ਵੀ ਹੈ ਬਈ ਇੱਕ ਦਰਜੀ ਹੈ, ਜੇ ਉਹ ਕੱਪੜੇ ਸੀਂਦਾ ਹੈ ਅਤੇ ਉਹ ਸੁੱਤਿਆਂ ਜਾਗਦਿਆਂ ਟੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਉਹਦੇ ਦਿਮਾਗ ਵਿੱਚ ਕੱਪੜੇ ਦੀ ਗੱਲ ਹੀ ਚੱਲਦੀ ਰਹਿੰਦੀ ਹੈ। ਉਹ ਕੱਪੜੇ ਦੇ ਡਿਜ਼ਾਈਨ ਹੀ ਸੋਚਦਾ ਰਹਿੰਦਾ ਹੈ, ਉਸ ਨੂੰ ਹੋਰ ਕੋਈ ਸੋਚ ਨਹੀਂ ਹੁੰਦੀ। ਇਸ ਨੂੰ ਜੇ ਮੈਂ ਅਗਰ ਤੁਹਾਨੂੰ ਸਮਝਾ ਸਕਾਂ ਇਹ ਇੰਝ ਹੀ ਹੈ ਕਿ ਰੱਬ ਕੋਲੋਂ ਆ ਕੇ ਇਨਸਾਨ ਇਹਨਾਂ ਕੰਮਾਂ ਵਿੱਚ ਰੁੱਝ ਗਿਆ। ਵੱਖੋ ਵੱਖ ਕੰਮ ਨੇ ਅਤੇ ਉਹ ਵਾਰਿਸ ਸ਼ਾਹ ਦਾ ਇੱਕ ਤਰੀਕਾ ਹੈ, ਇੱਕ ਢੰਗ ਹੈ ਕਿ ਉਹ ਤਾਰੀਖ ਵੀ ਲਿਖ ਰਹੇ ਨੇ ਅਤੇ ਰੱਬ ਰਸੂਲ ਦੀ ਗੱਲ ਵੀ ਕਰ ਰਹੇ ਨੇ ਅਤੇ ਸਾਰੀ ਮਾਲੂਮਾਤ ਵੀ ਹਿੰਦੁਸਤਾਨ ਦੀ, ਪੰਜਾਬ ਦੀ, ਬਿਲਖਸੂਸ ਪੰਜਾਬ ਦੀ ਸਾਰੀ ਜਿਹੜੀ ਹੈ ਉਹ ਮਾਲੂਮਾਤ ਵੀ ਤੁਹਾਨੂੰ ਦੇ ਰਹੇ ਨੇ। ਕਿਸੇ ਵੀ ਜ਼ਾਤ ਦੇ ਇਸ਼ਕ ਮਜ਼ਾਜ ਦੀ ਗੱਲ ਤੁਸੀਂ ਇੰਝ ਵੀ ਸਮਝ ਸਕਦੇ ਹੋ ਕਿ ਕਿਸੇ ਮਛਿਆਣੀ ਨੇ ਆਖਿਆ ਜੇ ਤੈਨੂੰ ਮੁਲਕ ਦਾ ਬਾਦਸ਼ਾਹ ਬਣਾ ਦਈਏ ਤੂੰ ਕੀ ਕਰੇਂਗੀ? ਉਸ ਆਖਿਆ ਮੈਂ ਸਾਰੇ ਮੁਲਕ ਵਿੱਚ ਚੱਪੇ ਚੱਪੇ 'ਤੇ ਤੰਦੂਰ ਲਵਾ ਦਿਆਂਗੀ। ਬਈ ਉਸ ਦੀ ਜਿਹੜੀ ਅਟੈਚਮੈਂਟ ਹੈ ਉਹ ਸਾਰੀ ਤੰਦੂਰ ਨਾਲ ਹੈ ਮਛਾਣੀ ਦੀ। ਇਸੇ ਤਰ੍ਹਾਂ ਹਰ ਕੰਮ ਦੇ ਬੰਦੇ ਦੀ ਉਹਦੇ ਕੰਮ ਨਾਲ ਅਟੈਚਮੈਂਟ ਹੁੰਦੀ ਹੈ। ਇਸੇ ਵਜ੍ਹਾ ਤੋਂ ਵਾਰਿਸ ਸ਼ਾਹ ਨੇ ਉਹਨਾਂ ਦੇ ਕੰਮ ਨੂੰ ਉਹਨਾਂ ਦਾ ਇਸ਼ਕ ਬਣਾ ਕੇ ਪੇਸ਼ ਕੀਤਾ ਹੈ। ਜਿੱਥੇ ਕੱਲ੍ਹ ਗੱਲ ਖ਼ਤਮ ਹੋਈ ਹੈ ਕਤਰਾਂ ਸੋਹਣੀਆਂ ਕਤਰ ਦਾ ਦਰਜਣੀ ਦਾ, ਉੱਥੋਂ ਹੀ ਅੱਗੇ ਗੱਲ ਸ਼ੁਰੂ ਕਰਦੇ ਹਾਂ ਕਿ ਕੂੜਾ ਪਟ ਹੈ ਇਸ਼ਕ ਪਟੋਲਣਾ ਦਾ, ਲੱਛੇ ਰੇਸ਼ਮੀ ਵਾਂਗ ਨਾ ਗੁੰਜ ਕਾਈ। ਪਟੋਲਣਾ ਵੀ ਇੱਕ ਕੌਮ ਹੈ ਜਿਹੜਾ ਕਿ ਰੇਸ਼ਮ ਪੈਦਾ ਕਰਨ ਵਾਲੇ ਕੀੜੇ ਪਾਲਦੀਆਂ ਹਨ ਅਤੇ ਉਹਨਾਂ ਦੇ ਬਾਰੇ ਦੱਸਦੇ ਨੇ ਕਿ ਕੂੜਾ ਪਟ ਰੇਸ਼ਮ ਨੂੰ ਆਖਦੇ ਨੇ ਕਿ ਰੇਸ਼ਮ ਪਟੋਲਣਾ ਦਾ ਜਿਹੜਾ ਇਸ਼ਕ ਹੈ ਉਹ ਰੇਸ਼ਮ ਵਾਂਗੂ ਕੂੜਾ ਹੈ। ਲੱਛੇ ਰੇਸ਼ਮੀ ਵਾਂਗ ਨਾ ਗੁੰਜ ਕਾਈ, ਗੁੰਜ ਹੁੰਦੀ ਹੈ ਗੁੰਝੜ ਕਿ ਉਹਨਾਂ ਦਾ ਇੰਜ ਕੂੜਾ ਇਸ਼ਕ ਹੈ ਕਿ ਉਹਦੇ ਵਿੱਚ ਕੋਈ ਗੁੰਝਲ ਨਹੀਂ ਹੈ, ਕੋਈ ਗੁੰਜ ਨਹੀਂ ਹੈ। ਕੱਕੇ ਜ਼ੈਣਾ ਦਾ ਇਸ਼ਕ ਉਮਰ ਸਾਰੀ ਐਵੇਂ ਲੜਦਿਆਂ ਭਿੜਦਿਆਂ ਬੀਤ ਜਾਈ ਕਿ ਕੱਕੇ ਜ਼ੈਣ ਜਿਹੜੀ ਇਹ ਔਰਤ ਹੈ, ਕੱਕੇ ਜ਼ਈ ਇੱਕ ਕੌਮ ਹੈ, ਇਹ ਲੜਦੇ ਰਹਿੰਦੇ ਨੇ, ਹਰ ਵਕਤ ਲੜਦੇ ਭਿੜਦੇ ਰਹਿੰਦੇ ਨੇ। ਉਸ ਹਵਾਲੇ ਨਾਲ ਹੀ ਉਹਨਾਂ ਦਾ ਇਸ਼ਕ ਦੱਸਿਆ ਹੈ। ਲਹਿਰ ਵਾਂਗ ਹੈ ਇਸ਼ਕ ਪਟ ਫੇਰੀਆਂ ਦਾ, ਲਹਿਰ ਵਾਂਗ ਹੈ ਇਸ਼ਕ ਪਟ ਫੇਰੀਆਂ ਦਾ, ਜਿਸ ਨੇ ਵਿੱਚ ਦਰਿਆ ਥਰਥਲ ਪਾਈ। ਲਹਿਰ ਵਾਂਗ ਪਟ ਫੇਰੀਆਂ ਉਹ ਹੁੰਦੀਆਂ ਨੇ ਜਿਹੜੀਆਂ ਰੇਸ਼ਮ ਸਿੱਧਾ ਕਰਨੇ ਦਾ ਕੰਮ ਕਰਦੀਆਂ, ਰੇਸ਼ਮ ਦੇ ਧਾਗਿਆਂ ਨੂੰ ਸਿੱਧੇ ਕਰਕੇ ਉਹਨਾਂ ਦੇ ਉਹ ਗੋਲੇ ਬਣਾਉਂਦੀਆਂ ਨੇ ਕਿ ਉਹਨਾਂ ਦਾ ਇਸ਼ਕ ਲਹਿਰ ਵਾਂਗੂ, ਜਿਵੇਂ ਉਹ ਲੰਮੇ ਰੇਸ਼ਮ ਦੇ ਧਾਗਿਆਂ ਉੱਤੇ ਉਹ ਕੱਗੀ ਫੇਰਦੀਆਂ ਨੇ ਅਤੇ ਉਹਦੇ ਵਿੱਚ ਲਹਿਰਾਂ ਉੱਠਦੀਆਂ ਨੇ, ਇੰਝ ਹੀ ਉਹਨਾਂ ਦਾ ਇਸ਼ਕ ਹੈ। ਗਾਰੇ ਢੋਵਾਂ ਹੈ ਇਸ਼ਕ ਬਦਵਾਣੀਆਂ ਦਾ, ਸਿਰ 'ਤੇ ਟੋਕਰੀ 'ਤੇ ਫਿਰੇ ਗੰਧ ਚਾਈ। ਬਦਵਾਣੀਆਂ ਗਾਰਾ ਮਿੱਟੀ ਢੋਣ ਦਾ ਕੰਮ ਕਰਦੀਆਂ ਹਨ ਅਤੇ ਉਹਨਾਂ ਦਾ ਆਪਣਾ ਜੁੱਸਾ ਵੀ ਹਰ ਵੇਲੇ ਗਾਰੇ ਨਾਲ ਲੁਬੜਿਆ ਰਹਿੰਦਾ। ਇਸ ਵਜ੍ਹਾ ਤੋਂ ਉਸ ਨੂੰ ਗੰਧ ਆਖਿਆ ਕਿ ਸਿਰ 'ਤੇ ਉਹ ਮਿੱਟੀ ਦੀ ਹਰ ਵੇਲੇ ਗਾਰੇ ਦੀ ਟੋਕਰੀ ਚਾਹ ਕੇ ਫਿਰਦੀਆਂ ਰਹਿੰਦੀਆਂ ਹਨ ਅਤੇ ਆਪ ਵੀ ਉਹ ਸਾਰੀਆਂ ਜਿਹੜੀਆਂ ਨੇ ਉਹਦੇ ਵਿੱਚ ਲੱਥੜੀਆਂ ਪਥੜੀਆਂ ਰਹਿੰਦੀਆਂ ਨੇ। ਬੀ ਥੋਆ ਇਸ਼ਕ ਪੱਖੀ ਵਾਸਣਾ ਦਾ, ਪਿੰਡ ਪਿੰਡ ਭਾਜੜ ਸਿਰ 'ਤੇ ਫਿਰੇ ਚਾਈ। ਬਿਥੋਆ ਤੋਂ ਮੁਰਾਦ ਬੇਟਿਕਾਣਾ ਬੇਥਾਂ ਕਿ ਪੱਖੀ ਵਾਸਣਾ ਦਾ ਇਸ਼ਕ ਉਸ ਦਾ ਕੋਈ ਟਿਕਾਣਾ ਨਹੀਂ ਹੁੰਦਾ। ਉਹ ਪਿੰਡੋਂ ਪਿੰਡ ਉਸ ਨੂੰ ਭਾਜੜ ਪਈ ਰਹਿੰਦੀ ਹੈ, ਕਦੀ ਇਸ ਪਿੰਡ ਕਦੀ ਉਸ ਪਿੰਡ। ਇਸ਼ਕ ਹਥਿਆਰਾ ਚਿੜੀ ਮਾਰਨਾ ਦਾ, ਰਾਹ ਜਾਂਦਿਆਂ ਨੂੰ ਮਾਰੇ ਘਤ ਜਾਈ। ਚਿੜੀ ਮਾਰ ਜਿਹੜੇ ਹੁੰਦੇ ਨੇ ਉਹ ਸ਼ਿਕਾਰੀ ਹੁੰਦੇ ਨੇ, ਪਰਿੰਦਿਆਂ ਦੇ ਸ਼ਿਕਾਰੀ। ਹਥਿਆਰਾ ਜ਼ਾਲਮ, ਉਹਨਾਂ ਦੇ ਇਸ਼ਕ ਨੂੰ ਜ਼ਾਲਮ ਇਸ ਤੋਂ ਆਖਿਆ ਗਿਆ ਕਿ ਉਹ ਪਰਿੰਦਿਆਂ ਦੇ ਵੈਰੀ,
ਉਹ ਜਿੱਥੇ ਕੋਈ ਪਰਿੰਦਾ ਵੇਖਦੇ ਨੇ ਉਸ ਨੂੰ ਮਾਰ ਛੱਡਦੇ ਨੇ। ਲੁੱਚੀ ਵਾਂਗ ਹੈ ਇਸ਼ਕ ਖਤਰਾਣੀਆਂ ਦਾ, ਅੱਗੇ ਬਾਹਮਣੀ ਦਾ ਖੜਾ ਖੀਰ ਖਾਈ। ਕਿ ਹਿੰਦੁਸਤਾਨੀ ਦਾ ਇਸ਼ਕ ਲੁੱਚਾ ਹੁੰਦਾ ਹੈ, ਮਸ਼ਹੂਰੀ ਕਰਦਾ ਹੈ, ਬੰਦੇ ਦੀ ਤਸ਼ਹੀਰ ਕਰਦਾ ਹੈ, ਤੇ ਅੱਗੇ ਬਾਹਮਣੀ ਦਾ ਖੜਾ ਖੀਰ ਖਾਈ ਕਿ ਬਾਹਮਣੀ ਖੀਰ ਬੜੀ ਖਾਂਦੀ ਏ। ਤਸਬੀਹ ਫੇਰਨਾ ਇਸ਼ਕ ਪਰੋਤਣੀ ਦਾ, ਅੱਗੇ ਨਟਣੀ ਦਾ ਖੜਾ ਸਾਂਗ ਲਾਈ। ਪਰੋਤਣੀ ਤਸਬੀਹ ਬੜੀ ਫੇਰਦੀ ਏ, ਇਬਾਦਤ ਬੜੀ ਕਰਦੀ ਏ, ਤੇ ਨਟਣੀ ਉਹ ਨਟ ਜਿਹੜੇ ਨੇ ਉਹ ਬਾਜ਼ੀਗਰੀ ਹੁੰਦੇ ਨੇ। ਸਾਂਗ ਲਾਉਣਾ ਤੋਂ ਮੁਰਾਦ ਹੁੰਦਾ ਹੈ ਕਿ ਭੇਸ ਬਦਲਣਾ, ਕਿ ਨਟਣੀ ਜਿਹੜੀ ਏ ਉਹਦਾ ਇਸ਼ਕ ਏ, ਨਟ ਜਿਹੜੇ ਨੇ ਉਹਨਾਂ ਦਾ ਇਸ਼ਕ ਏ ਕਿ ਸਾਂਗ ਲਾਉਣਾ। ਔਸੀਆਂ ਪਾਉਂਦਾ ਇਸ਼ਕ ਸਥੂਣੀਆਂ ਦਾ, ਅੱਗੇ ਖੜਾ ਧੜਵੇਲਣ ਦਾ ਖਰਚ ਖਾਈ। ਸਥੂਣੀਆਂ ਜਿਹੜੀਆਂ ਨੇ ਇਹ ਫਾਲਾਂ ਕੱਢਦੀਆਂ। ਔਸੀਆਂ ਪਾਉਣਾ ਹੁੰਦਾ ਕਿ ਜ਼ਮੀਨ 'ਤੇ ਲਕੀਰਾਂ ਮਾਰ ਕੇ ਫਾਲ ਕੱਢਣੀ। ਇਹ ਜਿਹੜੀ ਕੌਮ ਹੈ ਸਥੂਣੀਆਂ ਦੀ, ਇਹ ਫਾਲਾਂ ਕੱਢਣ 'ਚੋਂ ਮਸ਼ਹੂਰ ਆਈ। ਅਤੇ ਧੜਵੇਲਣ ਜਿਹੜੀ ਏ ਉਹ ਖਰਚ ਬੜਾ ਕਰਾਉਂਦੀ ਏ, ਖਾਂਦੀ ਏ ਬੰਦੇ ਨੂੰ, ਅਤੇ ਉਸ ਦਾ ਕੰਮ ਇਹ ਹੈ ਕਿ ਲੋਕਾਂ ਦਾ ਖਰਚ ਕਰਾਉਂਦਿਆਂ ਰਹਿਣਾ। ਇਸ਼ਕ ਸਾਹ ਸਿਆਣੀਆਂ ਦਾ ਦਿਸੇ ਘੱਟ ਕਾਲੀ, ਅੱਗੇ ਕਹਿ ਬਹਿਰੂਪਣ ਦਾ ਧਾੜ ਆਈ। ਸਾਹ ਸਿਆਣੀ ਸਾਹਸੀ ਜਿਹੜੇ ਹੁੰਦੇ ਨੇ ਨਾ, ਉਹ ਕਾਲੇ ਰੰਗ ਦੇ ਹੁੰਦੇ ਹਨ। ਉਹਨਾਂ ਦੇ ਕਾਲੇ ਰੰਗ ਤੋਂ ਉਹਨਾਂ ਨੂੰ ਵਾਰਿਸ ਸ਼ਾਹ ਨੇ ਉਹਨਾਂ ਦੇ ਇਸ਼ਕ ਨੂੰ ਕਾਲੀ ਘਟਾ ਨਾਲ ਤਸ਼ਬੀਹ ਦਿੱਤਾ ਹੈ। ਅੱਗੇ ਕਹੇ ਬਹਿਰੂਪਣ ਦਾ ਧਾੜ ਆਈ। ਬਹਿਰੂਪਣ ਹੁੰਦੇ ਨੇ ਬਹਿਰੂਪੀਏ ਜਿਹੜੇ ਹੁੰਦੇ ਨੇ ਰੂਪ ਵਟਾਉਣ ਵਾਲੇ, ਕਿ ਉਹ ਫੌਜਾਂ ਦਾ ਰੂਪ ਵੀ ਧਾਰ ਲੈਂਦੇ ਨੇ, ਧਾੜਾਂ ਦਾ ਰੂਪ ਵੀ ਧਾਰ ਲੈਂਦੇ ਨੇ। ਇੰਜ ਬੰਦੇ ਆ ਲਾਉਂਦੇ ਨੇ ਕਿ ਜਿਵੇਂ ਉਹ ਬੰਦੇ 'ਤੇ ਕੋਈ ਹਮਲਾ ਹੋ ਗਿਆ ਹੈ। ਨਸ ਭੰਨਾ ਸੀ ਇਸ਼ਕ ਲਬਾਣਿਆਂ ਤੋਂ, ਅੱਗੇ ਕਹਿ ਬੜਬੂੰਜੀ ਦਾ ਧੂਏ ਭਾਈ। ਲਬਾਣੇ ਜਿਹੜੇ ਨੇ ਉਹਨਾਂ ਦਾ ਕੋਈ ਵਰਤਣ ਵਿਹਾਰ ਇੰਜ ਦਾ ਕਿ ਇਸ਼ਕ ਉਹਨਾਂ ਤੋਂ ਨਸ ਗਿਆ, ਉਹਨਾਂ ਤੋਂ ਬਿਜ਼ਾਰ ਹੋ ਕੇ ਉਹਨਾਂ ਕੋਲੋਂ ਨਸ ਗਿਆ। ਅਤੇ ਬੜਬੂੰਜੀ ਜਿਹੜੀ ਏ ਉਹ ਭੱਠੀ ਬਲਦੀ ਏ, ਧੂੰਆਂ ਉਸ ਕੋਲੋਂ ਹਰ ਵੇਲੇ ਉਹ ਧੂਏ ਵਿੱਚ ਰਹਿੰਦੀ ਏ, ਅਤੇ ਉਸ ਨੂੰ ਉਹਦੇ ਇਸ਼ਕ ਨੂੰ ਧੂਏ ਨਾਲ ਤਸ਼ਬੀਹ ਦਿੱਤੀ ਏ। ਛੁਪ ਪਿਆ ਸੀ ਇਸ਼ਕ ਕਸ਼ਮੀਰਨੀ ਦਾ, ਛੁਪ ਪਿਆ ਸੀ ਇਸ਼ਕ ਕਸ਼ਮੀਰਨੀ ਦਾ, ਅੱਗੇ ਓਢਣੀ ਦਾ ਬਰਦੇ ਕੈਦ ਲਾਈ। ਓਢਣੀ ਓਢ ਕੌਮ ਐਸੀ ਹੈ ਕਿ ਇਹ ਥੋੜ੍ਹੀ ਜਿਹੀ ਬਦਮਾਸ਼ ਕੌਮ ਹੁੰਦੀ ਹੈ, ਅਤੇ ਇਹ ਆਪਣੀਆਂ ਹਰਕਤਾਂ ਦੀ ਵਜ੍ਹਾ ਤੋਂ ਅਕਸਰ ਕੈਦ ਵਿੱਚ ਰਹਿੰਦੀ ਹੈ। ਅਤੇ ਬਰਦੇ ਤੋਂ ਮੁਰਾਦ ਹੈ ਕਿ ਇਹ ਕੌਮ ਜਿਹੜੀ ਹੈ ਇਹ ਬਰਦਾ ਫਰੋਸ਼ੀ ਵੀ ਕਰਨੋਂ ਨਹੀਂ ਰਹਿੰਦੀ। ਯਾਨੀ ਇਹ ਓਢ ਕੌਮ ਜਿਹੜੀ ਹੈ ਇਹ ਬੱਚੇ ਫਰੋਖਤ ਕਰਨੇ ਕਿਸੇ ਦੇ, ਯਾਨੀ ਬਰਦਾ ਫਰੋਸ਼ੀ ਦਾ ਕੰਮ ਵੀ ਇਹ ਕਰਦੇ ਹਨ, ਅਤੇ ਇਹਨਾਂ ਕੰਮਾਂ ਦੀ ਵਜ੍ਹਾ ਤੋਂ ਅਕਸਰ ਇਹ ਕੈਦ ਵਿੱਚ ਰਹਿੰਦੇ ਹਨ, ਜਿਸ ਦੀ ਵਜ੍ਹਾ ਤੋਂ ਇਹ ਮਿਸਰਾ ਹੈ ਕਿ ਬਰਦੇ ਕੈਦ ਲਾਈ। ਬੋ ਕੀਤੀ ਸੀ ਇਸ਼ਕ ਸਿਰਾਜਣੀ ਦੇ, ਅੱਗੇ ਗੁਜਰੀ ਦੇ ਭਲੀ ਬਾਂਝ ਪਾਈ। ਸਿਰਾਜਣੀ ਜਿਹੜੀ ਇਹ ਰੌਲਾ ਬੜੀ ਪਾਉਂਦੀ ਏ, ਇਸ ਤੋਂ ਉਸ ਨੂੰ ਬੋ ਕੀਤੀ ਹੈ ਕਿ ਉਹ ਸ਼ੋਰ ਸ਼ਰਾਬਾ ਹਰ ਵੇਲੇ ਬੜਾ ਕਰਦੀ ਹੈ। ਅਤੇ ਗੁਜਰੀ ਭਲੀ ਬਾਂਝ, ਗੁਜਰੀ ਜਿਹੜੀ ਏ ਉਹ ਸ਼ੀਰ ਬੜਾ ਪੀਂਦੀ ਹੈ, ਦੁੱਧ ਬੜਾ ਪੀਂਦੀ ਹੈ, ਅਤੇ ਉਹ ਚੰਗੀ ਜਿਹੜੀ ਹੈ ਨਾ ਉਹ ਯਾਰੀ ਲਾਉਂਦੀ ਏ। ਛੁੱਟਾ ਹੀਰਾਂ ਦਾ ਇਸ਼ਕ ਫਿਰ ਮਾਰ ਵਾਂਗੂ, ਮੁਹਾਣੀਆਂ ਵੇਖ ਕੇ ਡੰਡ ਪਾਈ। ਹੀਰਾਂ ਦਾ, ਹੀਰ ਵੀ ਇੱਕ ਕੌਮ ਹੈ, ਉਹਨਾਂ ਦਾ ਇਸ਼ਕ ਇੰਜ ਟੁਰਿਆ ਹੈ ਸੱਪਾਂ ਮਾਰ ਵਾਂਗੂ, ਸੱਪ ਦੀ ਤਰ੍ਹਾਂ ਨਿਕਲਿਆ, ਅਤੇ ਅੱਗੋਂ ਮੁਹਾਣੀਆਂ ਜਿਹੜੀਆਂ ਨੇ ਉਹ ਵੇਖ ਕੇ ਉਹਨਾਂ ਡੰਡ ਪਾਈ, ਉਹਨਾਂ ਸ਼ੋਰ ਪਾਇਆ, ਜਿਵੇਂ ਸੱਪ ਨੂੰ ਵੇਖ ਕੇ ਕੋਈ ਸ਼ੋਰ ਪਾਉਂਦਾ ਹੈ। ਰੰਗ ਰੱਤਾ ਸੀ ਇਸ਼ਕ ਲਿਲਾਰਨਾ ਦਾ, ਠੱਪੇ ਗਰਨੀ ਦੇ ਮਿੱਠੀ ਚਾਟ ਲਾਈ। ਲਿਲਾਰਨਾ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਕੰਮ ਕੱਪੜੇ ਰੰਗਣਾ ਦਾ, ਇਸ ਤੋਂ ਉਸ ਨੂੰ ਰੰਗ ਰੱਤਾ ਆਖਦੇ ਨੇ। ਅਤੇ ਠੱਪੇ ਗਰਨੀ ਜਿਹੜੀਆਂ ਠੱਪੇ ਲਾਉਣ ਵਾਲੀਆਂ ਨੇ, ਚਾਟ ਤੋਂ ਮੁਰਾਦ ਹੁੰਦਾ ਚਸਕਾ, ਕਿ ਠੱਪੇ ਗਰਨੀ ਦਾ ਇਸ਼ਕ ਜਿਹੜਾ ਉਹ ਮਿੱਠਾ ਚਸਕਾ ਲਾਉਂਦਾ ਹੈ। ਠੋਰ ਪਕੜਿਆ ਇਸ਼ਕ ਸਰੇਸਣਾ ਦੇ, ਮਿਆਰਨੀ ਦੇ ਨਾਲ ਸਾਂਝ ਪਾਈ। ਠੋਰ ਪਕੜਿਆ ਇਹ ਹੁੰਦਾ ਕਿ ਮਜ਼ਬੂਤੀ ਵਾਲਾ, ਸਰੇਸਣਾ ਹੁੰਦੀਆਂ ਜਿਹੜੇ ਸਰੇਸ਼ ਦਾ ਕੰਮ ਕਰਦੀਆਂ, ਸਰੇਸ਼ ਬਣਾਉਂਦੀਆਂ, ਜਿਹਦੇ ਨਾਲ ਸ਼ੈਵਾਂ ਜੋੜੀਆਂ ਪੈਂਦੀਆਂ, ਉਹਨਾਂ ਦੇ ਉਸ ਸਰੇਸ਼ ਦੇ ਜੋੜਨੇ ਦੇ ਉਸ ਕੰਮ ਦੀ ਵਜ੍ਹਾ ਤੋਂ ਉਹਨਾਂ ਦੇ ਠੋਰ ਉਹਨਾਂ ਦੇ ਇਸ਼ਕ ਨਾਲ ਲੈ ਕੇ ਆਏ ਨੇ। ਆਜਜ਼ ਇਸ਼ਕ ਰੰਨਾ ਪਿੰਡਾਂ ਵਾਲੀਆਂ ਦਾ, ਸਿੱਧ ਪੱਧਰਾ ਚਾਵੜ ਨਾ ਚੱਕਰ ਕਾਈ। ਕਿ ਪਿੰਡ ਵਾਲੀਆਂ ਦਾ ਇਸ਼ਕ ਜਿਹੜਾ ਹੈ ਉਹ ਆਜਜ਼ ਹੈ, ਨਿਮਾਣਾ, ਮਸਕੀਨ ਹੈ। ਉਹਦੇ ਵਿੱਚ ਨਾ ਕੋਈ ਚਾਵੜ ਹੁੰਦਾ ਫਖਰ, ਚਾਅ, ਕਿ ਉਹਦੇ 'ਚ ਨਾ ਕੋਈ ਫਖਰ, ਨਾ ਕੋਈ ਚੱਕਰ, ਅਤੇ ਨਾ ਕੋਈ ਮੱਕਰ। ਸਿੱਧਾ ਪੱਧਰਾ ਪਿੰਡਾਂ ਵਾਲੀਆਂ ਦਾ ਇਸ਼ਕ ਹੁੰਦਾ ਹੈ। ਚਸਕੇ ਖੋਰ ਹੈ ਸ਼ਹਿਰ ਨਾ ਕਹਿਰਨਾ ਦਾ, ਮਿੱਠੀ ਟੋਕਰੀ ਤੋਂ ਬਨ ਡੋਲ ਜਾਈ। ਕਿ ਉਹ ਜਿਹੜੀਆਂ ਸ਼ਹਿਰਨਾਂ ਹੁੰਦੀਆਂ ਨਾ ਉਹ ਚਸਕੇ ਖੋਰ ਹੁੰਦੀਆਂ ਨੇ, ਹਰ ਵੇਲੇ ਉਹਨਾਂ ਕੁਝ ਨਾ ਕੁਝ ਖਾਂਦਿਆਂ ਰਹਿਣਾ ਹੁੰਦਾ ਹੈ, ਕਿ ਉਹਨਾਂ ਨੂੰ ਖਾਣ ਦਾ ਬੜਾ ਚਸਕਾ ਹੁੰਦਾ ਹੈ।
ਇੰਜ ਚਸਕਾ ਹੁੰਦਾ ਕਿ ਟੋਕਰੀ ਦਾ ਡੋਲ ਬਣ ਪੈਂਦਾ ਹੈ। ਆਤਸ਼ ਇਸ਼ਕ ਹੈ ਆਤਸ਼ਬਾਜ਼ਣਾ ਦਾ, ਕਰੇ ਖੂਨ ਜਿਹਦੇ ਮਗਰ ਲੱਗ ਜਾਈ। ਆਤਿਸ਼ਬਾਜ਼ ਜਿਹੜੇ ਇਹ ਆਤਿਸ਼ਬਾਜ਼ੀ ਦਾ ਸਮਾਨ ਬਣਾਉਣ ਵਾਲੇ ਨੇ, ਉਹਨਾਂ ਦਾ ਇਸ਼ਕ ਆਤਸ਼ ਹੈ, ਯਾਨੀ ਉਹਨਾਂ ਦਾ ਇਸ਼ਕ ਅੱਗ ਹੈ, ਕਿਉਂਕਿ ਉਹਨਾਂ ਦਾ ਕੰਮ ਹੀ ਅੱਗ ਨਾਲ ਹੈ। ਇਸ ਤੋਂ ਉਹਨਾਂ ਦਾ ਇਸ਼ਕ ਅੱਗ ਹੈ ਅਤੇ ਜਿਹਦੇ ਮਗਰ ਲੱਗ ਜਾਵੇ, ਜਿਵੇਂ ਕਿ ਉਹ ਆਤਿਸ਼ਬਾਜ਼ੀ ਦੀ ਕੋਈ ਸ਼ੈ, ਕੋਈ ਸਰਨਾਈ ਜਾਂ ਕੋਈ ਗੋਲਾ ਬਰੂਦ ਜਿਹੜਾ ਹੁੰਦਾ ਹੈ, ਉਹ ਕਿਸੇ ਮਗਰ ਲੱਗ ਜਾਵੇ ਅਤੇ ਉਹਦੀ ਉਹ ਜਾਨ ਲੈ ਲੈਂਦਾ ਹੈ। ਤਾਰ ਕਸ਼ਣੀ ਦਾ ਪਿਆਸੀ ਕਰ ਹੱਲਾ, ਜਿਵੇਂ ਘਤ ਮੁਹਿੰਮ ਸਰਕਾਰ ਆਈ। ਤਾਰਕਸ਼ਣੀ ਹੁੰਦੀ ਹੈ ਕਿ ਜਿਹੜੀ ਤਾਰਕਸ਼ੀ ਦਾ ਕੰਮ ਕਰਦੀ ਹੈ, ਕਿ ਤਾਰਾਂ ਨਾਲ ਉਹ ਕੱਪੜੇ ਦੇ ਉੱਤੇ ਫੁੱਲ ਬੂਟੇ ਬਣਾਉਂਦੀ ਹੈ। ਅਤੇ ਘਤ ਮੁਹਿੰਮ ਸਰਕਾਰ ਆਈ ਤੋਂ ਮਤਲਬ ਇਹ ਹੈ ਕਿ ਉਹ ਬੜੇ ਪੱਕੇ ਜਿਹੜੇ ਨਾ ਉਸ ਤਾਰ ਨੂੰ ਬੜਾ ਜਕੜ ਕੇ ਅਤੇ ਫੁੱਲਾਂ ਵਿੱਚ ਪਰੋਂਦੀ ਹੈ। 37 ਸਨਾ ਸੀ ਇਸ਼ਕ ਸਰਾਫਣੀ ਦਾ, ਜਿੱਥੇ ਮੋਹਰ ਮੁਹੰਮਦ ਸ਼ਾਹ ਲਾਈ। 37 ਸਨਾ ਤੋਂ ਮੁਰਾਦ ਹੈ ਕਿ 1637 ਦਾ ਸਨ, ਜਿਹੜਾ ਕਿ ਇਹਦੇ ਜਹਾਂਗੀਰੀ ਆ ਮੁਗਲ ਬਾਦਸ਼ਾਹ ਜਹਾਂਗੀਰ ਦਾ ਜ਼ਮਾਨਾ ਹੀ। ਉਸ ਜਹਾਂਗੀਰ ਦੇ ਜ਼ਮਾਨੇ ਵਿੱਚ ਜਿਹੜੇ ਸਰਾਫ ਨੂੰ ਸੁਨਿਆਰੇ, ਉਹਨਾਂ ਦੇ ਕਾਰੋਬਾਰ 'ਚ ਬੜਾ ਵਾਧਾ ਆਇਆ ਹੀ, ਉਹਨਾਂ ਦਾ ਬੜਾ ਨਫਾ ਹੋਇਆ ਹੀ, ਬੜਾ ਮੁਨਾਫੇ ਵਾਲਾ ਉਹਨਾਂ ਦਾ ਕੰਮ ਆਈ। ਅਤੇ ਇਸ ਵਜ੍ਹਾ ਤੋਂ ਇਹ 37 ਸਨ ਦੀ ਅਤੇ ਸਰਾਫਾਂ ਦੀ ਗੱਲ ਕੀਤੀ ਗਈ ਹੈ। ਅਤੇ ਮੋਹਰ ਮੁਹੰਮਦ ਸ਼ਾਹ ਲਈ ਇਹ ਮੁਹੰਮਦ ਸ਼ਾਹ ਰੰਗੀਲੇ ਦੇ ਜ਼ਮਾਨੇ ਦੀ ਗੱਲ ਹੈ ਕਿ ਚੜ੍ਹਿਆ ਉੱਠ ਤੇ ਇਸ਼ਕ ਬਲੋਚਣੀ ਦਾ, ਮਾਰੇ ਪਾਸਣੇ ਤੇ ਫਿਰੇ ਰੰਗ ਲਾਈ। ਇਹ ਵੀ ਹੋਠ ਅਤੇ ਉਸ ਦੇ ਨਾਲ ਉਸ ਹੋਠ ਦੀਆਂ ਜਿਹੜੀਆਂ ਆਦਤਾਂ ਨੇ, ਉਹ ਹੀ ਬਲੋਚਣੀ ਦੇ ਇਸ਼ਕ ਵਿੱਚ ਉਹਨਾਂ ਨੇ ਸ਼ਾਮਿਲ ਕਰਕੇ ਅਤੇ ਉਸ ਦਾ ਇਸ਼ਕ ਦੱਸਿਆ ਗਿਆ ਹੈ। ਕੂੰਜ ਵਾਂਗ ਕੁਰਲਾਵੇ ਸਿਪਾਹਣੀ ਦਾ, ਜਿੰਨਾ ਕੂੰਤ ਪਰਦੇਸ ਨਾ ਖਬਰ ਕਾਈ। ਕਿ ਸਿਪਾਹਣੀ ਜਿਹੜੀ ਹੁੰਦੀ, ਸਿਪਾਹੀ ਦੀ ਬੀਵੀ, ਉਹਦਾ ਇਸ਼ਕ ਕੂੰਜ ਵਾਂਗ ਕੁਰਲਾਉਂਦਾ ਰਹਿੰਦਾ ਹੈ, ਕਿ ਜਿੱਦਾਂ ਕੁੰਤ ਯਾਨੀ ਉਹਦਾ ਖਾਵੰਦ ਪਰਦੇਸ ਹੁੰਦਾ ਹੈ ਨੌਕਰੀ 'ਤੇ, ਅਤੇ ਉਹਦੀ ਕੋਈ ਖੈਰ ਖਬਰ ਵੀ ਨਹੀਂ ਹੁੰਦੀ, ਅਤੇ ਉਹ ਪਿੱਛੋਂ ਕੂੰਜ ਵਾਂਗੂ ਕੁਰਲਾਉਂਦੀ ਰਹਿੰਦੀ ਹੈ। ਬੱਦਲ ਵਾਂਗ ਗੱਜੇ ਬਿਰੈਣਾ ਦਾ, ਕੋਲ ਬੈਠਿਆਂ ਦਾ ਪਿਆ ਕੰਨ ਖਾਈ। ਬਿਰੈਣਾ ਬਿਰਾਈ ਜਿਹੜੇ ਢੋਲ ਵਜਾਉਣ ਦਾ ਕੰਮ ਹੁੰਦੇ ਨੇ, ਕਿ ਉਹਨਾਂ ਦਾ ਇਸ਼ਕ ਕੋਲ ਬੈਠਿਆਂ ਦੇ ਕੰਨ ਖਾਂਦਾ ਰਹਿੰਦਾ ਹੈ ਉਸ ਢੋਲ ਦੀ ਆਵਾਜ਼ ਦੀ ਵਜ੍ਹਾ ਤੋਂ। ਚੜਿਆ ਖੁੰਭ ਤੇ ਇਸ਼ਕ ਜੋ ਧੋਬਣਾ ਦਾ, ਖੜਾ ਪਟੜਿਆਂ ਦੇ ਉੱਤੇ ਸੁੱਕ ਜਾਈ। ਖੁੰਭ ਇਹ ਜਿਹੜਾ ਧੋਬੀ ਹੁੰਦੇ ਨੇ ਨਾ, ਇਹ ਕੱਪੜੇ ਨੂੰ ਖੁੰਭ ਚੜ੍ਹਦੇ ਹਨ, ਕੱਪੜੇ ਨੂੰ ਚਿੱਟੇ ਕੱਪੜੇ ਵਿੱਚ ਚਮਕ ਲਿਆਉਣ ਵਾਸਤੇ। ਅਤੇ ਪਟੜਾ ਵੀ ਧੋਬੀਆਂ ਦਾ ਉਹ ਹੁੰਦਾ ਕਿ ਉੱਥੇ ਉਹ ਪਟੜੇ ਉੱਤੇ ਕੱਪੜੇ ਧੋਂਦੇ ਉਹਨਾਂ ਦੀ ਜ਼ਿੰਦਗੀ ਗੁਜ਼ਰ ਪੈਂਦੀ ਹੈ। ਅਤੇ ਉਸ ਵਜ੍ਹਾ ਤੋਂ ਇਹ ਗੱਲ ਕੀਤੀ ਹੈ ਕਿ ਪਟੜਿਆਂ ਦੇ ਉੱਤੇ ਸੁੱਕ ਜਾਈ। ਅੱਗੇ ਇਸ਼ਕ ਤੂੰ ਵੇਖ ਕਸੈਣਾ ਦਾ, ਯਾਰੀ ਲਾ ਕੇ ਮਾਸ ਨੂੰ ਵੱਢ ਖਾਈ। ਕਿ ਕਸਾਈਆਂ ਦਾ ਕੰਮ ਹੁੰਦਾ ਹੈ ਕਿ ਗੋਸ਼ਤ ਕਰਨਾ, ਅਤੇ ਉਹ ਜਿਵੇਂ ਮਾਸ ਯਾਨੀ ਗੋਸ਼ਤ ਨੂੰ ਜਿਵੇਂ ਵੱਢਦੇ ਨੇ, ਇੰਝ ਹੀ ਉਹਨਾਂ ਦਾ ਇਸ਼ਕ ਵੀ ਗੋਸ਼ਤ ਵੱਢਵਾਏ। ਵਟਣੇ ਫੇਰਦਾ ਸੀ ਵਟੜੀਆਂ ਦਾ, ਡੁਬਗਰਨੀਆਂ ਦਾ ਚਮ ਗਾਲ ਜਾਈ। ਵਟਣੇ ਫੇਰਦਾ ਯਾਨੀ ਵਟੜੀਆਂ ਜਿਹੜੀਆਂ ਨੇ, ਰੱਸੇ ਵੱਟਣ ਵਾਲੀ ਕੌਮ ਜਿਹੜੀ ਹੈ, ਇਹ ਉਹਨਾਂ ਦਾ ਇਸ਼ਕ ਹੈ ਕਿ ਉਹ ਰੱਸੇ ਵੱਟਦੇ ਨੇ। ਚਾਵਲ ਵਾਂਗ ਛੜਦਾ ਜੰਦਰ ਕੁਟਣੀਆਂ ਦਾ, ਛੱਜ ਛਾਣਨੀ ਗੱਤ ਕੇ ਛੱਟ ਜਾਈ। ਜੰਦਰ ਜਿਹੜੀ ਮਸ਼ੀਨ ਹੁੰਦੀ ਹੈ ਚੌਲ ਛੜਨੇ ਵਾਲੀ ਜਾਂ ਆਟਾ ਪੀਣੇ ਵਾਲੀ, ਕਿ ਜਿਹੜੀਆਂ ਉਹ ਜੰਦਰ ਕੁੱਟਣਾ ਹੁੰਦੀਆਂ ਨੇ, ਉਹਨਾਂ ਦਾ ਇਸ਼ਕ ਵੀ ਇੰਝ ਹੀ ਹੁੰਦਾ ਕਿ ਉਹ ਬੰਦੇ ਨੂੰ ਛੱਜ ਛਾਣਨੀ ਵਿੱਚ ਜਿਵੇਂ ਦਾਣੇ ਪਾ ਕੇ ਛੱਟ ਲਈਦੇ ਨੇ, ਇੰਝ ਹੀ ਉਹਨਾਂ ਦਾ ਇਸ਼ਕ ਵੀ ਛੱਟਣੇ ਵਾਲਾ ਹੁੰਦਾ ਹੈ। ਤਿੱਲੇ ਵਾਂਗ ਜੇ ਭੜਕ ਮੁਚਿਆਣੀਆਂ ਦਾ, ਤਿੱਲੇ ਵਾਂਗ ਜੇ ਭੜਕ ਮੁਚਿਆਣੀਆਂ ਦਾ, ਦੇ ਦਬ ਖਬੀੜ ਦੀ ਖਲ ਜਾਈ। ਕਿ ਤਿੱਲੇ ਦੀ ਜਿਵੇਂ ਚਮਕ ਹੁੰਦੀ ਹੈ, ਇਵੇਂ ਹੀ ਭੜਕਦਾ ਹੋਇਆ ਇਸ਼ਕ ਮੁਚਿਆਣੀਆਂ ਦਾ ਹੁੰਦਾ ਹੈ। ਅਤੇ ਦੇ ਦਬ ਖਬੀੜ ਦੀ ਖਲ ਜਾਈ, ਖਲ ਚਮੜਾ ਹੁੰਦਾ ਹੈ, ਅਤੇ ਉਹਨਾਂ ਦਾ ਇੱਕ ਔਜ਼ਾਰ ਹੁੰਦਾ ਖਬੀੜ, ਜਿਸ ਨੂੰ ਇੱਕ ਉਹ ਲੱਕੜੀ ਦੀ ਫੱਟੀ ਵਾਂਗ ਹੁੰਦਾ ਹੈ, ਉਸ ਨਾਲ ਉਹ ਚੰਮ ਨੂੰ ਕੂਲਾ ਵੀ ਕਰਦੇ ਨੇ ਅਤੇ ਚੰਮ ਨੂੰ ਬਾਰੀਕ ਵੀ ਕਰਦੇ ਨੇ। ਉਸ ਦਾ ਜਿਹੜਾ ਖੁਰਦਰਾਪਨ ਹੁੰਦਾ ਹੈ, ਉਸ ਨੂੰ ਉਹ ਖਬੀੜ ਦੀ ਰਗੜ ਦੇ ਕੇ ਇੰਝ ਹੀ ਬਈ ਉਹਨਾਂ ਦਾ ਇਸ਼ਕ ਇੰਝ ਹੀ ਬੰਦੇ ਵਾਸਤੇ ਵੀ ਹੁੰਦਾ ਹੈ ਕਿ ਜਿਵੇਂ ਉਹ ਖਲ ਨੂੰ ਖਬੀੜ ਦਿੰਦੇ ਨੇ, ਇਵੇਂ ਹੀ ਬੰਦੇ ਦੀ ਖਲ ਨੂੰ ਵੀ ਉਹ ਖਬੀੜ ਹੀ ਦਿੰਦੇ ਨੇ। ਤਾਰੇ ਤੋੜਦਾ ਇਸ਼ਕ ਸੁਨਿਆਰੀਆਂ ਦਾ, ਉੱਤੋਂ ਸਾਫ਼ ਤੇ ਅੰਦਰੋਂ ਖੋਰ ਸਾਈ। ਕਿ ਸੁਨਿਆਰੀਆਂ ਦਾ ਇਸ਼ਕ ਉਂਝ ਬਜ਼ਾਹਿਰ ਤਾਰੇ ਤੋੜਦਾ ਹੈ, ਕਿ ਬੜੀ ਉਹ ਲਗਾਨ ਵਿਖਾਉਂਦਾ ਹੈ, ਪਰ ਅੰਦਰੋਂ ਖੋਰ ਲਾ ਲੈਂਦਾ ਹੈ, ਅੰਦਰੋਂ ਵੈਰ ਲਾਉਂਦਾ ਹੈ, ਅੰਦਰੋਂ ਦੁਸ਼ਮਣੀ ਲਾਉਂਦਾ ਹੈ। ਕਿੱਲੇ ਠੋਕਵਾਂ ਇਸ਼ਕ ਤਿਰਖਾਣੀਆਂ ਦਾ, ਕਿੱਲੇ ਠੋਕਵਾਂ ਇਸ਼ਕ ਤਿਰਖਾਣੀਆਂ ਦਾ, ਅੱਗੇ ਮਸ਼ਕਣ ਦਾ ਖੜਾ ਮਸ਼ਕ ਚਾਈ। ਕਿੱਲੇ ਠੋਕਵਾਂ ਤਿਰਖਾਣ ਲੱਕੜੀ ਦੇ ਕਿੱਲੇ ਬਣਾਉਂਦੇ ਹਨ, ਜਿਹੜੇ ਕਿ ਜੱਟ ਲਿਜਾ ਕੇ ਅਤੇ ਠੋਕ ਕੇ ਉਹਨਾਂ ਨੂੰ
ਉਹਨਾਂ ਦੇ ਉੱਤੇ ਡੰਗਰ ਬੰਦੇ ਹਨ ਅਤੇ ਇਸ ਤੋਂ ਉਹ ਕਿੱਲੇ ਠੋਕਵਾਏ ਤਿਰਖਾਣੀਆਂ ਦਾ। ਅਤੇ ਮਸ਼ਕਣ ਉਹਦਾ ਕੰਮ, ਮਸ਼ਕੀ ਜਿਹੜੇ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਪਾਣੀ ਭਰਨਾ, ਅਤੇ ਅੱਗੇ ਉਹਨਾਂ ਦਾ ਇਸ਼ਕ ਖੜਾ ਹੈ ਮਸ਼ਕ ਚਾਈ। ਇਸ ਗੱਲ ਨੂੰ ਹੁਣ ਵੀ ਤੁਸੀਂ ਇੱਕ ਵਾਰੀ ਇੰਝ ਸਮਝ ਲਿਓ ਕਿ ਹਰ ਬੰਦਾ ਦੁਨੀਆ ਦੇ ਕਿਸੇ ਨਾ ਕਿਸੇ ਕੰਮ ਵਿੱਚ ਰੁੱਝ ਗਿਆ ਹੈ ਅਤੇ ਉਹ ਅਲਸਤੁ ਬਿਰੱਬਿ ਕੁਮ ਵਾਲਾ ਕੌਲ ਜਿਹੜਾ ਹੈ ਨਾ ਉਹ ਭੁੱਲ ਗਿਆ। ਇਹ ਇਸ਼ਾਰਾ ਵਾਰਿਸ ਸ਼ਾਹ ਉਹ ਦੇ ਰਹੇ ਨੇ ਕਿ ਹੁਣ ਜਿਹੜਾ ਮਸ਼ਕੀ ਹੈ ਉਹ ਦਿਨ ਰਾਤ ਉਹਦੇ ਵਿੱਚ ਉਹ ਮਸ਼ਗੂਲ ਹੈ, ਉਹਦਾ ਮਸ਼ਕ ਉਸ ਨੂੰ ਸੁੱਤਿਆਂ ਪਿਆ ਵੀ ਆਪਣੀ ਮਸ਼ਕ ਦੇ ਖਿਆਲ ਨਾਲ। ਇਸ਼ਕ ਉਸਤਰੇ ਵਾਂਗ ਸੀ ਨੈਣਾ ਦਾ, ਮੁਲਵਾਣੀਆਂ ਦਾ ਬੈਠਾ ਸੱਤਰ ਲਾਈ। ਕਿ ਨੈਣਾ ਦਾ ਇਸ਼ਕ ਵੀ ਉਸਤਰੇ ਵਾਂਗ ਤੇਜ਼ ਹੁੰਦਾ ਹੈ ਅਤੇ ਮੁਲਵਾਣੀਆਂ ਜਿਹੜੀਆਂ ਨੇ ਉਹ ਪਰਦੇ 'ਚ ਜ਼ਿਆਦਾ ਰਹਿੰਦੀਆਂ ਨੇ, ਇਸ ਤੋਂ ਉਹਨਾਂ ਦੇ ਇਸ਼ਕ ਨੂੰ ਸੱਤਰ ਵਿੱਚ ਪਾਇਆ ਹੈ। ਇਸ਼ਕ ਸੁਗੜ ਤੇ ਚਤਰ ਹੈ ਪਦਮਨੀ ਦਾ, ਇੱਜ਼ਤ ਆਬਰੂ ਦੀ ਜਿਸ ਖਬਰ ਪਾਈ। ਇਹ ਪਦਮਨੀ ਜਿਹੜੀ ਹੈ ਇਹ ਉਸ ਜ਼ਮਾਨੇ ਵਿੱਚ, ਅੱਜ ਦੇ ਜ਼ਮਾਨੇ ਦੇ ਤੇ ਆਪਣੇ ਤੌਰ ਤਰੀਕੇ ਨੇ ਕਿ ਔਰਤ ਜਿਹੜੀ ਅੱਛੀ ਔਰਤ ਹੈ ਉਸ ਦੇ 4 ਦਰਜੇ ਬਣਾਏ ਗਏ ਹਨ ਕਿ 4 ਦਰਜੇ ਹੁੰਦੇ ਨੇ। ਜਿਹੜੀ ਅੱਛੀ ਔਰਤ ਹੁੰਦੀ ਹੈ, ਅਸੂਲਾਂ ਵਾਲੀ ਔਰਤ ਹੁੰਦੀ ਹੈ, ਜਿਹੜੀ ਜੇ ਪਹਿਲੇ ਦਰਜੇ 'ਤੇ ਔਰਤ ਹੁੰਦੀ ਹੈ ਕਿ ਸਭ ਤੋਂ ਆਲਾ ਜਿਸ ਨੂੰ ਗਿਣਿਆ ਜਾਂਦਾ ਉਸ ਨੂੰ ਪਦਮਨੀ ਆਖਦੇ ਹਨ, ਅਤੇ ਦੂਜੇ ਨੰਬਰ ਵਾਲੀ ਜਿਹੜੀ ਹੈ ਉਹ ਚਤੁਰਨੀ, ਤੀਜੇ ਨੰਬਰ ਵਾਲੀ ਸੁਲੱਖਣੀ, ਅਤੇ ਚੌਥੇ ਅਤੇ ਅਖੀਰਲੇ ਨੰਬਰ ਵਾਲੀ ਜਿਹੜੀ ਹੈ ਉਸ ਨੂੰ ਹਸਤਨੀ ਆਖਦੇ ਹਨ। ਮਾਸ ਖੋਰ ਹੈ ਹਸਤਨੀ ਸਿੱਖਣੀ ਦਾ, ਚੱਕ ਮਾਰ ਕੇ ਗੱਲਾਂ 'ਤੇ ਦੰਦ ਲਾਈ। ਬਈ ਸਿੱਖਣੀ ਵੀ ਹੋਵੇ ਅਤੇ ਹਸਤਣੀ ਵੀ ਉਹ ਜਿਹੜੀ ਉਹ ਚੌਥੇ ਦਰਜੇ ਵਿੱਚ ਹੁੰਦੀ ਹੈ ਕਿ ਉਸ ਦਾ ਇਸ਼ਕ ਮਾਸ ਖੋਰ ਹੈ, ਯਾਨੀ ਗੋਸ਼ਤ ਖਾਣ ਵਾਲਾ, ਬਈ ਉਹ ਗੱਲਾਂ ਉੱਤੇ ਚੱਕ ਮਾਰਨੋਂ ਨਹੀਂ ਰਹਿੰਦੀ। ਹੁਣ ਇਹ ਆਪਣੇ ਢੰਗ ਨਾਲ ਪੀਰ ਵਾਰਿਸ ਸ਼ਾਹ ਸਾਰੀਆਂ ਜ਼ਾਤਾਂ ਦੀ ਗੱਲ ਕਰਕੇ ਅਤੇ ਇਹਨਾਂ ਦਾ ਵੱਖੋ ਵੱਖ ਇਸ਼ਕ ਦੱਸਿਆ ਹੈ। ਅਤੇ ਅਗਲੀ ਗੱਲ ਹੁਣ ਜਿਹੜੀ ਉਹ ਕਰਦੇ ਪੈਣ ਉਹਦੇ 'ਚੋਂ ਇਹ ਦੱਸਦੇ ਪੈਣ ਬਈ ਇਸ਼ਕ ਜਿਹੜਾ ਹੈ ਨਾ ਉਹ ਤਾਂ ਮੈਂ ਢੰਗ ਵਰਤਿਆ ਹੈ, ਗੱਲ ਤਾਂ ਹੈ ਹੀ ਉਹਨਾਂ ਦਾ ਜਿਹੜਾ ਕੰਮ ਹੈ, ਜਿਹੜਾ ਉਹਨਾਂ ਦਾ ਧੰਦਾ ਹੈ ਉਹ ਦੱਸਣਾ। ਇਸ਼ਕ ਦੀ ਗੱਲ ਉਹ ਹੁਣ ਕਰਨ ਲੱਗੇ ਨੇ ਬਈ ਸਾਰੀਆਂ ਜਿਹੜੀਆਂ ਪਿੱਛੇ ਇਸ਼ਕ ਦੀਆਂ ਗੱਲਾਂ ਆਈਆਂ ਨੇ ਇਹ ਤਾਂ ਇੰਝੇ ਹੀ ਨੇ। ਹੁਣ ਮਿੱਠੀ ਨੈਣ ਰੰਝ ਇਹਨਾਂ ਦੀ ਹੈ ਕਿ ਤੈਨੂੰ ਦੱਸਾਂ ਮੈਂ ਇਸ਼ਕ ਕੀ ਰੰਝ ਆਵੇ, ਨਾ ਹੀ ਭੱਟ ਬਾਮਣ ਨਾ ਇਹ ਡੂਮ ਨਾਈ। ਮੈਂ ਤੈਨੂੰ ਕੀ ਦੱਸਾਂ, ਮੈਂ ਉਹ ਪਿਛਲੇ ਇਹ ਹੀ ਹੈ ਨਾ ਕਿ ਨਾਈ ਦਾ ਇਸ਼ਕ ਹੈ, ਡੂਮ ਦਾ ਇਸ਼ਕ ਹੈ, ਬਾਮਣ ਦਾ ਇਸ਼ਕ ਹੈ, ਅਤੇ ਹੁਣ ਉਹ ਵੀ ਆਦੀ ਹੈ ਬਈ ਰਾਂਝਿਆ ਮੈਂ ਹੁਣ ਤੈਨੂੰ ਇਸ਼ਕ ਦੀ ਗੱਲ ਦੱਸਾਂ, ਇਹ ਨਾ ਭੱਟੀ ਨਾ ਇਹ ਬਾਹਮਣੀ ਨਾ ਇਹ ਡੂਮੀ, ਨਾ ਨਾਈਏ ਨਾ ਤਿਰਖਾਣੀਏ ਨਾ ਕੁਝ ਨੂੰ ਇਸ ਇਸ਼ਕ ਦੀ ਕੋਈ ਜ਼ਾਤ ਨਾ ਹੋ। ਇਸ਼ਕ ਸਿਰ ਹੈ ਕੁਦਰਤ ਰੱਬ ਦੀ ਦਾ, ਇਸ਼ਕ ਸਿਰ ਹੈ ਕੁਦਰਤ ਰੱਬ ਦੀ ਦਾ, ਜਿੰਦੇ ਲੇਖ ਲਿਖਿਆ ਝੋਲੀ ਵੰਝ ਪਾਈ। ਬਈ ਇਹ ਤੇ ਰੱਬ ਦੀ ਜ਼ਾਤ ਦਾ ਰਾਜ਼ ਹੈ। ਇਹ ਇਸ਼ਕ ਜਿਹੜਾ ਹੈ ਇਹ ਇੰਜ ਜੋ ਕੁਝ ਪਿੱਛੇ ਦੱਸ ਲਿਆਂਦਾ ਬਈ ਉਹ ਢੰਗ ਹੀ ਵਰਤਿਆ। ਇਹ ਇਸ਼ਕ ਤੇ ਰੱਬ ਦੀ ਕੁਦਰਤ ਦਾ ਰਾਜ਼ ਹੈ ਅਤੇ ਜਿੰਦੇ ਲੇਖ ਲਿਖਿਆ ਝੋਲੀ ਵੰਝ ਪਾਈ ਕਿ ਜਿਹਦੇ ਮੁਕੱਦਰਾਂ ਵਿੱਚ ਲਿਖਿਆ ਗਿਆ ਉਸ ਨੂੰ ਝੋਲੀ ਪਾ ਲੈਣਾ ਹੈ, ਔਰ ਉਸ ਝੋਲੀ ਪਾਏ ਬਿਨਾਂ ਰਹਿਣਾ ਵੀ ਨਹੀਂ ਕਿ ਜਿਵੇਂ ਹੀਰ ਦੇ ਲੇਖ ਵਿੱਚ ਲਿਖਿਆ ਗਿਆ। ਅਤੇ ਸਾਰੇ ਸਮਝਾ ਰਹੇ ਨੇ, ਸਾਰੇ ਰੋਕ ਰਹੇ ਨੇ ਕਿਉਂਕਿ ਉਹਦੇ ਮੁਕੱਦਰਾਂ 'ਚ ਉਹ ਇਸ਼ਕ ਲਿਖਿਆ ਅਤੇ ਉਸ ਨੂੰ ਝੋਲੀ ਪਾਉਣਾ ਹੀ ਪਾਉਣਾ ਹੈ। ਇਸ਼ਕ ਜੰਮਿਆ ਵਤਨ ਸਿਆਲੀਆਂ ਦੇ, ਜੰਗ ਬਾਪ ਤੇ ਨਦੀ ਜਨਾਮ ਆਈ। ਬਈ ਇਸ਼ਕ ਸਿਆਲੀਆਂ ਦੇ ਵਤਨ ਵਿੱਚ ਜੰਮਿਆ ਹੈ ਅਤੇ ਜੰਗ ਇਸ ਦਾ ਪਿਓ ਹੈ ਅਤੇ ਜਨਾਹ ਦੀ ਜਿਹੜੀ ਨਦੀ ਹੈ ਉਹ ਇਸ ਇਸ਼ਕ ਦੀ ਮਾਂ ਹੈ। ਪਿੜ ਮਲਿਆ ਇਸ਼ਕ ਸਲੇਟੀਆਂ ਦੇ, ਖੜਾ ਵਿੱਚ ਮੈਦਾਨ ਦੇ ਤੰਬੂ ਲਾਈ। ਪਿੜ ਮਲਿਆ ਯਾਨੀ ਕਿ ਉਹ ਮੈਦਾਨ ਜਿਹੜਾ ਉਹ ਮਲ ਕੇ ਉਹਦੇ ਵਿਚਕਾਰ ਤੰਬੂ ਲਾ ਕੇ ਇਹ ਸਲੇਟੀਆਂ ਦਾ ਇਸ਼ਕ ਜਿਹੜਾ ਹੈ ਉਹ ਬੈਠਾ ਹੈ। ਅਤੇ ਮਹਿਲ ਤੇ ਮਾੜੀਆਂ ਘੱਤ ਰਿਹਾ, ਬਾਹਰ ਝੌਂਪੜੀ ਰਾਂਝੇ ਨੇ ਆਣ ਲਾਈ। ਮਹਿਲ ਮਾੜੀਆਂ ਉਹੀ ਜੰਗ ਸਿਆਲਾਂ ਦੀਆਂ ਮਾੜੀਆਂ ਮਹਿਲ ਜਿਹੜਾ ਹੀਰ ਦਾ ਗਾਰਾ, ਅਤੇ ਬਾਹਰ ਬੂਹੇ ਉੱਤੇ ਆ ਕੇ ਇਸ਼ਕ ਨੇ ਯਾਨੀ ਰਾਂਝੇ ਨੇ ਵੀ ਆ ਕੇ ਝੌਂਪੜੀ ਲਾ ਦਿੱਤੀ। ਵਾਰਿਸ ਸ਼ਾਹ ਬਖਤਾਵਰ ਘਰ ਇਹ ਹੋਰ ਨਹੀਂ ਰੰਜੇਟਿਆ ਜਾ ਕਾਈ। ਇਹ ਹੁਣ ਇਹਨਾਂ ਦੋਵਾਂ ਕਿਸ਼ਤਾਂ ਦੇ ਸ਼ੁਰੂ ਵਿੱਚ ਰਾਂਝੇ ਮਿੱਠੀ ਨੈਣ ਕੋਲੋਂ ਪੁੱਛਿਆ ਬੱਦਾ ਸੋ ਕਿਹੜੇ ਨੇ ਜਿੱਥੇ ਮੈਂ ਹੀਰ ਨੂੰ ਵੀ ਮਿਲ ਸਕਦਾ, ਜਾਂ ਉਹ ਕਿਹੜੀ ਕੌਮ ਹੈ ਜਿਨ੍ਹਾਂ ਨਾਲ ਤਾਲਕ ਬਣਾਇਆ ਜਾ ਸਕਦਾ ਹੈ। ਅਤੇ ਉਸ ਸਾਰੀ ਗੱਲ ਦਾ ਇਹ ਅਖੀਰ ਵਿੱਚ ਜਵਾਬ ਉਸ ਨੂੰ ਮਿੱਠੀ ਨੈਣ ਦੇ ਰਹੀ ਹੈ ਰਾਂਝੇ ਕਿ ਉਹ ਘਰ ਬਖਤਾਵਰ ਹੈ, ਹੀਰ ਦਾ ਜਿਹੜਾ ਘਰ ਹੈ, ਇਸ ਤੋਂ ਬਿਨਾਂ ਹੋਰ ਕੋਈ ਜਾ ਨਹੀਂ ਤੇਰੇ ਵਾਸਤੇ।
ਤੇਰਾ ਇਸ਼ਕ ਇੱਥੇ ਹੀ ਏ। ਇਹ ਹਿੱਸਾ ਤਮਾਮ ਹੋਇਆ। ਜਿਉਂਦੇ ਰਹੋ, ਵਸਦੇ ਰਹੋ। ਇਜਾਜ਼ਤ ਦਿਓ। ਰੱਬ ਰਾਖਾ।